ਕੀ ਨਾਮ ਤੁਹਾਡਾ, ਕਿੱਥੋਂ ਤੁਸੀਂ ਰਹਿਣ ਵਾਲੇ ਹੋ ਤੇ ਕੀ ਗੱਲ ਹੋਈ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ? ਮੇਰਾ ਨਾਮ ਹੈ ਜੀ ਗੁਰਪਿੰਦਰ ਸਿੰਘ ਚੀਮਾ। ਮੇਰੀ ਏਜ 53 ਈਅਰ ਦਾ ਤੇ ਮੈਂ ਨਿਆਗੋਂ ਦਾ 26 ਸਾਲ ਤੋਂ ਵਾਸੀ ਹਾਂ, ਇੱਥੇ ਹੀ ਰਹਿੰਦਾ ਜੀ। ਤੇ ਪ੍ਰੈਸ ਕਾਨਫਰੰਸ ਤਾਂ ਸੱਦੀ ਗਈ ਆ, ਅਖਬਾਰ 'ਚ ਜਿਹੜੀ ਖਬਰ ਹੈ ਥੋੜੀ ਗਲਤ ਲਗਾਈ ਗਈ ਆ। ਮੇਰਾ ਇਮੇਜ ਮੇਰੀ ਉਹਦਾ ਖਰਾਬ ਹੋਈ ਆ ਕਾਫੀ, ਖਾਨਦਾਨ ਦੀ, ਸਾਰੇ ਚੀਮਾ ਖਾਨਦਾਨ ਦੀ। ਕੀ ਖਬਰ ਸੀਗੀ ਜੀ? ਇਹ ਖਬਰ ਇਹ ਸੀ ਜੀ, ਇਹਦੇ ਵਿੱਚ ਇਹਨਾਂ ਨੇ ਮੇਰੇ ਕਿਰਾਏਦਾਰ ਸੀ, ਉਹਨਾਂ ਨੇ ਮੇਰਾ ਕਿਸ ਚੀਜ਼ ਦੇ ਕਿਰਾਏਦਾਰ ਸੀ? ਇਹ ਆਪਣੇ ਸੀ, ਮੇਰਾ ਹੋਮ ਸਟੇ ਵਾਸਤੇ ਇਹਨਾਂ ਨੂੰ ਦਿੱਤਾ ਸੀ, ਠੀਕ, ਐਗਰੀਮੈਂਟ ਕੀਤਾ ਸੀ। ਹੋਮ ਸਟੇ ਕੋਈ ਤੁਹਾਡੀ ਬਿਲਡਿੰਗ ਹੈ ਜੀ? ਹਾਂਜੀ ਹਾਂਜੀ, ਬਿਲਡਿੰਗ ਸੀ ਜੀ। ਉਹ ਕਿੱਥੇ ਬਣੀ ਹੋਈ ਹੈ ਜੀ? ਇਹ ਇੱਥੇ ਸ਼ਿਵਾਲਿਕ ਵਿਹਾਰ ਵਿੱਚ ਬਣੀ ਹੋਈ ਹੈ ਜੀ, ਨਵਾਂ ਗਾਉਂ 'ਚ ਜੀ? ਹਾਂਜੀ, ਨਵਾਂ ਗਾਉਂ 'ਚ ਬਣੀ ਹੋਈ ਹੈ, ਰੋਡ ਦੇ ਉੱਪਰ ਹੈ। ਇਹਨਾਂ ਨੂੰ ਅਸੀਂ ਉਹਦੇ ਲਈ ਆਪਣਾ ਕਿਰਾਏ ਤੇ ਦਿੱਤਾ ਸੀ ਕਿ ਕੰਮ ਸਹੀ ਸੇਫ ਐਂਡ ਸਾਊਂਡ ਕਰਨਗੇ, ਪਰ ਇਹ ਜਿਹੜਾ ਕੰਮ ਹੈ ਦੂਜਾ ਕਰਨ ਲੱਗੇ। ਕੀ ਕੰਮ ਕਰਨ ਲੱਗੇ ਜੀ? ਇਹ ਆਪਣਾ ਜੀ ਬਿਨਾਂ ਆਈਡੀ ਤੋਂ ਲੋਕਾਂ ਨੂੰ ਕਮਰੇ ਦੇਣ ਲੱਗੇ ਸੀ, ਮੁੰਡੇ ਤੇ ਕੁੜੀਆਂ? ਮੁੰਡੇ ਕੁੜੀਆਂ ਨੂੰ ਦਿੰਦੇ ਸੀ। ਤੇ ਅਸੀਂ ਇਹਨਾਂ ਨੂੰ ਰੋਕਿਆ ਵੀ ਪਹਿਲਾਂ ਕਿ ਇਹ ਨਾ ਕੰਮ ਕਰੋ, ਪਰ ਇਹ ਨਹੀਂ ਹਟੇ ਇਹ ਕਦੋਂ ਦੀ ਗੱਲ ਹੈ? ਇਹ ਗੱਲ ਹੈਗੀ ਜੀ, ਇਹ 12 ਜੁਲਾਈ ਦੀ ਕਰੀਬ ਗੱਲ ਹੈ। ਤੁਸੀਂ ਕੋਈ ਕੰਪਲੇਂਟ ਵੀ ਕੀਤੀ? ਅਸੀਂ ਕੰਪਲੇਂਟ ਵੀ ਕੀਤੀ ਸੀ ਜੀ ਪੁਲਿਸ ਦੇ ਵਿੱਚ। ਕਿੱਥੇ ਕੀਤੀ ਜੀ? ਇੱਥੇ ਨਵਾਂ ਗਾਉਂ ਦੇ ਪੁਲਿਸ ਸਟੇਸ਼ਨ 'ਚ ਕੀਤੀ ਸੀ ਜੀ ਅਸੀਂ। ਤੇ ਉਹਨਾਂ ਦੇ ਉਹਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਉਹਦੇ ਪੁਲਿਸ ਵਾਲਿਆਂ ਤੁਹਾਡੇ ਨੇ। ਨਾਲ ਕੌਣ ਸੀਗਾ? ਕੰਪਲੇਂਟ ਹੋਰ ਕਿਹੜੀ ਕੀਤੀ? ਬਾਕੀ ਇਹ ਆਪਣੇ ਸਾਰੇ ਸਾਡੇ ਜਿਹੜੇ ਸਾਡੇ ਮਹੱਲੇ ਵਾਲੇ ਜੀ, ਜਿਹੜੇ ਸਾਡੇ ਮਹੱਲੇ ਵਾਲੇ ਸਾਰੇ ਓਸੀ ਵਿੱਚ, ਉਹਨਾਂ ਦੇ ਸਾਰਿਆਂ ਦੇ ਸਾਈਨ ਆ, ਉਹਨਾਂ ਦੇ ਸਭ, ਉਹਨਾਂ ਨੇ ਕੰਪਲੇਂਟ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ ਵੀ ਬੜੇ ਤੰਗ ਆ ਇਹਨਾਂ ਤੋਂ, ਸਾਰਾ ਵਿੱਚ ਲਿਖਿਆ ਗਿਆ ਜੀ ਸਾਰਾ ਕੁਝ। ਪੁਲਿਸ ਸਾਈਨ ਹੈ, ਐਮਸੀ ਦੇ ਵੀ ਸਾਈਨ ਹੈ ਇੱਥੇ ਦੇ। ਪੁਲਿਸ ਨੇ ਕਾਰਵਾਈ ਪੁਲਿਸ ਕੀਤੀ? ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਡੇ ਤੇ। ਤੇ ਫਿਰ ਹੁਣ ਕੀ ਇਸ਼ੂ ਹੋ ਗਿਆ? ਹੁਣ ਸਾਡਾ ਇਹ ਇਸ਼ੂ ਹੈ ਜੀ, ਸਾਡਾ 14 ਤਰੀਕ ਨੂੰ ਇੱਥੇ ਇਹ ਇਲੀਗਲ ਕੰਮ ਕਰਦੇ ਹੋਏ ਬੰਦੇ ਜਿਹੜੇ ਸੀ, ਜਿਹੜੇ ਕਿਰਾਏਦਾਰ ਸਾਡੇ ਫੜੇ ਗਏ ਆ ਦੋਨੋਂ, ਵਿਜੇ ਤੇ ਗੁਰਕਰਨ ਸਿੰਘ ਹੈ ਇਹਨਾਂ ਦੇ ਨਾਮ। ਇਹਨਾਂ ਨੇ ਉਹ ਦੋਨੋਂ ਫੜੇ ਹੋਣ ਦੇ ਬਾਵਜੂਦ ਲੜਕੇ ਲੜਕੀਆਂ ਵੀ ਪੁਲਿਸ ਲੈ ਕੇ ਗਈ ਉੱਥੇ। ਇਹਨਾਂ ਨੇ ਸ਼ਾਮ ਨੂੰ ਰਫਾ ਦਫਾ ਉਹਨਾਂ ਨੇ ਕਰ ਲਿਆ, ਉਹਨਾਂ ਨੂੰ ਛੱਡਤਾ। ਔਰ ਉਹਦੇ ਵਿੱਚ ਇਹਨਾਂ ਨੇ ਨਾਮ ਮੇਰੇ ਬੇਟੇ ਦਾ ਯੂਜ਼ ਕੀਤਾ, ਇੱਕ ਤਾਂ ਕੰਪਲੇਂਟ ਦੇ ਵਿੱਚ ਮੇਰੇ ਬੇਟੇ ਦਾ ਨਾਮ ਅਮਨ ਚੀਮਾ ਦਾ ਯੂਜ਼ ਕਰ ਲਿਆ, ਜਦ ਕਿ 2 ਮਹੀਨੇ ਪਹਿਲਾਂ ਇਹਨਾਂ ਨੇ ਧਮਕੀ ਮਰਵਾਈ ਸੀ ਐਸਐਚਓ ਤੋਂ। ਐਸਐਚਓ ਨੂੰ ਇਹਨਾਂ ਨੇ ਕਿਹਾ ਸੀ, ਐਸਐਚਓ ਨੇ ਸਾਨੂੰ ਵੀ ਕਿਹਾ ਸੀ ਕਿ ਤੁਸੀਂ ਇੱਥੇ ਖਬਰਦਾਰ, ਤੁਸੀਂ ਮਾਲਕ, ਤੁਸੀਂ ਉੱਥੇ ਨਹੀਂ ਜਾ ਸਕਦੇ ਉਸ ਪ੍ਰਾਪਰਟੀ ਦੇ, ਉਹ ਕਿਰਾਏਦਾਰ ਦਾ ਹੱਕ ਹੈ, ਕਿਰਾਏਦਾਰ ਹੀ ਰਹੇਗਾ ਜਦ ਤੱਕ ਐਗਰੀਮੈਂਟ ਹੈ। ਤੁਸੀਂ ਐਗਰੀਮੈਂਟ ਤੋਂ ਬਾਹਰ ਜਾ ਸਕਦੇ ਆ। ਅਸੀਂ ਉਹਨਾਂ ਨੂੰ ਕਿਹਾ ਸੀ ਜੀ ਐਸਐਚਓ ਨੂੰ, ਸਰ ਅਸੀਂ ਆਪਣੀ ਪ੍ਰਾਪਰਟੀ ਜੇ ਚੈੱਕ ਕਰਨੀ ਹੋਏ, ਡੈਮੇਜ ਕਰ ਰਹੇ ਆ ਪ੍ਰਾਪਰਟੀ ਸਾਡੀ, ਉਹਦਾ ਕੌਣ ਜ਼ਿੰਮੇਵਾਰ ਹੈ? ਕਹਿੰਦੇ ਉਹ ਤੁਸੀਂ ਕੋਰਟ 'ਚ ਫਿਰ ਕਰੋਗੇ, ਕੋਰਟ 'ਚ ਦੱਸੋ ਉਹਨਾਂ ਨੂੰ। ਇਹ ਗੱਲ ਹੋਈ ਸੀ। ਕੋਰਟ 'ਚ ਪਾਇਆ ਜੀ ਕੇਸ? ਕੋਰਟ 'ਚ ਅਸੀਂ ਲੀਗਲ ਨੋਟਿਸ ਪਾਇਆ ਸੀ ਜੀ। ਇਹ ਸਾਡੇ ਐਡਵੋਕੇਟ ਹੈਗੇ ਆ, ਇਹ ਪਿਛਲੇ ਮਹੀਨੇ ਇਹਨਾਂ ਨੂੰ ਪਾਇਆ ਸੀ ਨੋਟਿਸ ਕਿ ਇਹਨਾਂ ਤੋਂ ਸਾਨੂੰ ਖਾਲੀ ਕਰਾਇਆ ਜਾਏ। ਇਹ ਇੱਥੇ ਧੱਬਾ ਹੈਗੇ ਸੋਸਾਇਟੀ ਦੇ ਉੱਤੇ, ਕੰਮ ਖਰਾਬ ਕਰ ਰਹੇ ਆ ਬੰਦੇ। ਤੇ ਤੁਸੀਂ ਪੁਲਿਸ ਨੂੰ ਦੱਸਿਆ ਵੀ ਅਸੀਂ ਕੇਸ ਪਾਇਆ ਕੁਛ ਇੱਦਾਂ? ਪੁਲਿਸ ਨੂੰ ਅਸੀਂ ਦੱਸਿਆ ਹੋਇਆ ਜੀ, ਅਸੀਂ ਉਹਨਾਂ ਨੂੰ ਵੀ ਇਤਲਾਹ ਕੀਤੀ ਸੀ ਕਿ ਸਾਡਾ ਕੋਰਟ 'ਚ ਕੇਸ ਲੀਗਲ ਨੋਟਿਸ ਅਸੀਂ ਪਾਇਆ ਗਿਆ। ਲੀਗਲ ਨੋਟਿਸ ਦਾ ਵੀ ਇਹ ਕਿਰਾਏਦਾਰਾਂ ਨੇ ਜੀ ਉਹ ਨਹੀਂ ਦਿੱਤਾ, ਜਵਾਬ ਨਹੀਂ ਕੋਈ ਵੀ ਦਿੱਤਾ। ਸਾਡੇ ਉੱਥੇ ਕੋਰਟ 'ਚ ਕੋਈ ਜਵਾਬ ਨਹੀਂ ਦਿੱਤਾ ਜੀ ਇਹਨਾਂ ਨੇ। ਕਿੰਨੀ ਦੇਰ ਦਾ ਐਗਰੀਮੈਂਟ ਤੁਹਾਡਾ? ਇਹ ਐਗਰੀਮੈਂਟ 11 ਮਹੀਨੇ ਦਾ ਸੀ ਜੀ। ਕਿੰਨੇ ਮਹੀਨੇ ਹੋ ਗਏ? ਇਹ ਹੋ ਗਈ ਜੀ, ਇਹਨਾਂ ਨੂੰ ਅਰਾਊਂਡ ਜਨਵਰੀ 'ਚ ਐਗਰੀਮੈਂਟ ਕੀਤਾ ਸੀ ਜੀ ਇਹਨਾਂ ਦਾ, ਅਰਾਊਂਡ ਦਸੰਬਰ ਖਤਮ ਹੋਣ ਵਾਲਾ ਐਗਰੀਮੈਂਟ। ਪਰ ਦਸੰਬਰ ਤੱਕ ਸਾਨੂੰ ਹੁਣ ਇਹ ਡਰ ਹੈ, ਇੱਕ ਤਾਂ ਸਾਨੂੰ ਧਮਕੀਆਂ ਦਿੰਦੇ ਆ। ਇੱਕ ਵਾਰ ਸਾਨੂੰ ਇਹਨਾਂ ਨੇ 11 ਸੈਕਟਰ ਘੇਰ ਲਿਆ, ਉੱਥੇ ਵੀ ਅਸੀਂ ਇਤਲਾਹ ਕੀਤਾ ਸੀ, ਉਹਨਾਂ ਦੇ ਪੁਲਿਸ ਪੋਸਟ ਵਾਲਿਆਂ ਨੂੰ ਕੀਤਾ ਸੀ ਕਿ ਇਹ ਸਾਨੂੰ ਧਮਕੀਆਂ ਦੇ ਰਹੇ ਆ, ਗਾਲਾਂ ਕੱਢਦੇ ਆ ਤੇ ਇਹਨਾਂ ਤੋਂ ਕਰੇ। ਰਿਟਰਨ 'ਚ ਹੋਇਆ ਸੀ ਜੀ ਇਹ? ਉਹ ਰਿਟਰਨ 'ਚ ਨਹੀਂ ਸੀ ਜੋ ਸਵਾਰੀ, ਉਹਨਾਂ ਨੇ ਫਿਰ ਸਮਝਾਤਾ ਸੀ ਕਿ ਕਾਕਾ ਨਾ ਤੰਗ ਕਰੋ, ਭੇਜਤਾ ਸੀ ਸਾਨੂੰ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜੀ ਦੁਬਾਰਾ ਫਿਰ ਇਹਨਾਂ ਨੂੰ ਅਸੀਂ ਇੱਕ ਵਾਰ ਪਿੱਛੋਂ ਬੰਦਾ ਵਿੱਚ, ਫਿਰ ਸਾਨੂੰ ਪੁਲਿਸ ਸਟੇਸ਼ਨ ਵਾਲਿਆਂ ਨੇ, ਕੋਈ ਸਾਡੇ ਗਵਾਂਢੀ ਸੀ ਸੂਦ ਸਾਹਿਬ, ਉਹਨਾਂ ਦੀ ਡਿਊਟੀ ਲਾਈ ਸੀ ਕਿ ਤੁਸੀਂ ਆਪਣੀ ਪ੍ਰਾਪਰਟੀ ਜਾ ਕੇ ਚੈੱਕ ਕਰ ਸਕਦੇ ਹੋ, ਇਹਨਾਂ ਨੂੰ ਨਾਲ ਲਿਜਾ ਕੇ, ਜੇ ਤੁਹਾਨੂੰ ਇਕੱਲੇ ਨਹੀਂ ਵੜਨ ਦਿੰਦੇ। ਅਸੀਂ ਇੱਕ ਬੇਟਾ ਮੇਰਾ ਉਹਨਾਂ ਦੇ ਨਾਲ ਵੀ ਗਿਆ ਸੀ, ਉਹ ਬਾਹਰ ਖੜੇ ਸੀ, ਇਹ ਅੰਦਰ ਗਿਆ। ਇਹਨਾਂ ਨੇ ਉਲਟਾ ਗਲਤ ਐਲੀਗੇਸ਼ਨ ਉੱਤੇ ਲਾ ਰਹੇ। ਇਹ ਨੋਟਿਸ ਲੈ ਕੇ ਲੀਗਲ ਗਿਆ ਸੀ ਅੰਦਰ ਕਿ ਅਸੀਂ ਆਪਣੀ ਪ੍ਰਾਪਰਟੀ ਚੈੱਕ ਕਰਨੀ ਹੈ, ਵਾਲਾ ਨੋਟਿਸ ਲੈ ਕੇ ਗਿਆ ਸੀ। ਉਹ ਲਿਖਿਆ ਹੋਇਆ ਐਲੀਗੇਸ਼ਨ ਕੀ ਲਾ ਰਹੇ ਆ? ਉਹ ਐਲੀਗੇਸ਼ਨ ਲਾਣਗੇ ਕਿ ਤੁਸੀਂ ਸਾਡੇ ਕਸਟਮਰ ਖਰਾਬ ਕਰਦੇ ਆ। ਅੱਛਾ, ਕਸਟਮਰ ਔਰ ਇੱਕ ਐਲੀਗੇਸ਼ਨ ਉਹਨੇ ਹੋਰ ਇੱਥੇ ਲਾਇਆ ਸੀ ਕਿ ਇਹ ਚਾਕੂ ਲੈ ਕੇ ਆਇਆ, ਜਦ ਕਿ ਮੇਰੇ ਬੇਟੇ ਨੇ ਪੜ੍ਹਿਆ ਲਿਖਿਆ ਹੈਗਾ, ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਕੀਤੀ ਹੋਈ ਆ। ਉਹ ਕੋਈ ਚਾਕੂਬਾਜ਼ ਨਹੀਂ ਹੈ, ਕੋਈ ਐਸਾ ਬੰਦਾ ਨਹੀਂ, ਐਟੀਕੇਟਸ ਆ, ਮੈਨਰਸ ਵਾਲਾ, ਕਨਵੈਂਟ ਸਕੂਲਾਂ 'ਚ ਪੜ੍ਹਿਆ, ਕੋਈ ਅਨਪੜ੍ਹਤਾ ਇਹ ਹੈ ਨਹੀਂ। ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਤੁਹਾਡੀ ਇੱਜ਼ਤ ਨੂੰ ਹੋ ਰਿਹਾ ਕੁਝ, ਉਹ ਗੱਲ ਸਾਡੀ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ ਜੀ, ਸਾਡਾ ਜਿਹੜੀ ਨਿਊਜ਼ ਵਿੱਚ ਖਬਰ ਲਵਾਤੀ ਹੈ ਉਹਦੇ ਨਾਲ ਸਾਡੀ ਇਮੇਜ ਖਰਾਬ ਕੀਤੀ ਗਈ ਆ। ਆਪਣੇ ਨਾਮ ਦੀ ਬਜਾਏ ਇਹਨਾਂ ਨੇ ਮੇਰਾ ਨਾਮ ਯੂਜ਼ ਕੀਤਾ, ਉਹਦੇ ਮਾਲਕ ਗੁਰਪਿੰਦਰ ਚੀਮਾ, ਇਹਨਾਂ ਦੇ ਕੇਸ ਦਰਜ ਹੋ ਗਿਆ। ਗਲਤ ਕੰਮ ਇਹਨਾਂ ਨੇ ਕੀਤਾ ਆਪ ਹੀ, ਜਦ ਕਿ ਇਹਨਾਂ ਦੇ ਇਹ ਵਿੱਚ ਹੈਗੇ ਆ, ਮਤਲਬ ਤੁਸੀਂ ਕਹਿਣਾ ਚਾਹੁੰਦੇ ਵੀ ਪੁਲਿਸ ਮਿਲੀ ਭੁਗਤ ਕਰ ਰਹੀ ਹੈ ਜੀ। ਪੁਲਿਸ ਇਹਨਾਂ ਨਾਲ ਮਿਲੀ ਹੋਈ ਹੈ, ਕਿਉਂਕਿ ਹਰ ਹੋਟਲਾਂ ਦੇ ਵਿੱਚੋਂ ਇਹਨਾਂ ਨੇ ਹਿੱਸਾ ਲੈਂਦੇ, ਸਿਸਟਮ ਹੁੰਦਾ ਇਹਨਾਂ ਦਾ, ਉਹ ਲੈਂਦੇ ਹੀ ਲੈਂਦੇ ਜੀ।
ਤੁਸੀਂ ਸੀਐਮ ਸਾਹਿਬ ਤੱਕ ਨੇ ਕੋਈ approach ਸੀਐਮ ਕੀਤੀ? ਸਾਹਿਬ ਤੱਕ ਵੀ ਮੈਂ ਉਹਨਾਂ ਨੂੰ ਅਪਰੋਚ ਕਰਾਂਗਾ। ਨਾਲੇ ਮੇਰੇ ਬ੍ਰਦਰ ਐਨਆਰਆਈ ਹੈਗੇ ਜੀ, ਉਹ ਬਾਹਰ ਰਹਿੰਦੇ ਆ, ਉਹਨਾਂ ਵੱਲੋਂ ਵੀ ਉਹਨਾਂ ਦੇ ਵੀ ਮੇਰੇ ਨਾਲ ਪ੍ਰਾਪਰਟੀ ਦੇ ਵਿੱਚ ਹੈ, ਸ਼ੇਅਰ ਹੈ। ਮੇਰੀ ਤਾਂ ਇਹੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੂੰ ਇਤਲਾਹ ਹੈਗੀ ਹੈ ਕਿ ਇਹਨਾਂ ਬੰਦਿਆਂ ਨੂੰ ਇੱਥੋਂ ਕੱਢਿਆ ਜਾਏ। ਮੈਨੂੰ ਇਹ ਡਰ ਹੈ ਮੇਰੀ ਪ੍ਰਾਪਰਟੀ ਤੇ ਕਬਜ਼ਾ ਨਾ ਕਰ ਲੈਣ। ਤੁਸੀਂ ਕਿਹੜੀ ਜਦੋਂ ਧਾਰਾ ਦਿੱਤਾ ਲਾਈ? ਕਿਰਾਏ ਤੇ ਉਦੋਂ ਵੈਰੀਫਾਈ ਕੀਤਾ? ਉਦੋਂ ਇਹਨਾਂ ਦੀ ਆਪਾਂ ਇਸ ਤਰ੍ਹਾਂ ਸੀ ਜੀ, ਇਹਨਾਂ ਦਾ 2-3 ਜਗ੍ਹਾ ਪਤਾ ਕੀਤਾ ਸੀ, ਬੇਟੇ ਨੇ ਵੀ ਕਰੇ, ਪਰ ਬੇਟੇ ਨੂੰ ਬਾਰ-ਬਾਰ ਇਹਨਾਂ ਨੇ ਇਨਸਿਸਟ ਉਹਦੇ ਮੈਸੇਜ ਆਉਂਦੇ ਸੀ, ਫੋਨ ਕਰ ਰਹੇ ਸੀ, ਕਿਉਂਕਿ ਇਹ ਲੈਂਡ ਗ੍ਰੈਬਿੰਗ ਮਾਫੀਆ ਹੈ ਜੀ, ਇਹਨਾਂ ਤੋਂ ਬਚਿਆ ਜਾਏ। ਹੋਰ ਵੀ ਇਹਨਾਂ ਨੇ ਇੱਕ ਦਾ ਹੋਟਲ ਹੋਰ ਵੀ ਲਿਆ ਹੋਇਆ ਇਹਨਾਂ ਨੇ। ਇਹਨਾਂ ਦਾ ਕੀ ਨਾਮ ਕੀ ਹੈ? ਇਹਨਾਂ ਦਾ ਨਾਮ ਹੈ ਜੀ, ਇੱਕ ਦਾ ਨਾਮ ਹੈਗਾ ਜੀ ਵਿਜੇ ਕੁਮਾਰ ਰਾਏ ਔਰ ਦੂਜੇ ਦਾ ਨਾਮ ਹੈ ਜੀ ਗੁਰਕਰਨਜੋਤ ਸਿੰਘ। ਇਹ ਕਿੱਥੋਂ ਦੇ ਰਹਿਣ ਵਾਲੇ? ਇਹ ਇੱਕ ਤਨਾਸ ਦਾ ਰਹਿਣ ਵਾਲਾ ਹੈ ਜੀ, ਤਨਾਸ ਦਾ ਇੱਕ ਰਹਿਣ ਵਾਲਾ ਹੈ, ਇੱਕ ਉੱਥੇ ਦਾ ਆਪਣਾ ਸੈਕਟਰ 25D ਕਲੋਨੀ ਹੈ, ਉੱਥੇ ਦਾ ਇੱਕ ਮੁੰਡਾ। ਕਿਹੜੀ ਧਾਰਾ ਲਾਈ ਔਰ ਇਹਨਾਂ ਨਾਲ ਉਦੋਂ ਇੱਕ ਬੰਦਾ ਥਾਣੇ ਵੀ ਗਿਆ ਸੀ, ਉਹ ਮਿਲਿਆ, ਉਹ ਸਾਨੂੰ ਧਮਕੀ ਦਿੰਦਾ ਸੀ, ਕਹਿੰਦਾ ਹੁਣ ਸਾਡੇ ਨਾਲ 5 ਸਾਲ ਦਾ ਐਗਰੀਮੈਂਟ ਕਰ ਲਓ, ਆਪਾਂ ਇੱਥੋਂ ਨਿਕਲਾਂਗੇ ਨਹੀਂ। ਉਹ ਬੰਦਾ ਕੌਣ ਹੈ? ਉਹ ਬੰਦੇ ਦਾ ਨਾਮ ਹੈ ਜੀ ਕਰਨ। ਉਹ ਕਿੱਥੋਂ ਦਾ ਰਹਿਣ ਵਾਲਾ? ਉਹ ਇਹਨਾਂ ਦਾ ਹਮੈਤੀ ਹੈ। ਇੱਕ ਹਵਾਲਦਾਰ ਇਹਨਾਂ ਦਾ ਨਾਲ ਸਾਥ ਦੇ ਰਿਹਾ, ਭਾਰਾ ਜਿਹਾ ਬੰਦਾ ਹੈ, ਹਵਾਲਦਾਰ ਵੀ ਇਹਨਾਂ ਦਾ ਸਾਥ ਦਿੰਦਾ। ਇਹਨਾਂ ਨਾਲ 2 ਕਾਂਸਟੇਬਲ ਵੀ ਮਿਲੇ ਹੋਏ ਜੀ। ਇਹ ਕਿੱਥੋਂ ਦੇ ਹੈ ਜੀ? ਇਹ ਇੱਥੇ ਦੇ ਲੋਕਲ ਹੀ ਨਿਆਂਗੋਂ ਦੇ ਬੰਦੇ ਜੀ, ਆਸ-ਪਾਸ ਦੇ। ਕਿਹੜੀ ਧਾਰਾ ਲਾਈਆਂ ਜੀ ਪੁਲਿਸ ਨੇ ਤੁਹਾਡੇ ਤੇ? ਪੁਲਿਸ ਨੇ 188 ਲਾਈ ਹੋਈ ਜੀ, ਹੂੰ। ਮਤਲਬ ਵਿਦਆਊਟ ਡੀਸੀ ਆਰਡਰਸ, ਹੂੰ। ਬਿਨਾਂ ਆਈਡੀ ਤੋਂ, ਮਤਲਬ ਆਪਾਂ ਕਮਰਾ ਦਿੱਤਾ ਇਹਨਾਂ ਨੇ, ਹੂੰ। ਉਹ ਲਈ ਆ। ਉਹ ਤਾਰਾ ਇਹਨਾਂ ਦੇ ਲੱਗਣੀ ਚਾਹੀਦੀ ਸੀ, ਇਹਨਾਂ ਨੇ ਮੇਰੇ ਬੇਟੇ ਦਾ ਨਾਮ ਵਿੱਚ ਇਨਵੋਲਵ ਕੀਤਾ। ਹੂੰ। ਉਹ ਸ਼ਰਾਰਤ ਕੀਤੀ ਹੈ ਜੀ ਇਹਨਾਂ ਨੇ ਬੜੀ। ਬੇਟਾ ਤਾਂ ਉੱਥੇ ਜਾਂਦਾ ਹੀ ਨਹੀਂ, ਉੱਥੇ ਇਹਨਾਂ ਕੋਲ ਗਿਆ ਹੀ ਨਹੀਂ। ਇਹ ਪ੍ਰਾਪਰਟੀ ਸਾਰੀ ਤੁਹਾਡੇ ਨਾਮ ਹੈ? ਪ੍ਰਾਪਰਟੀ ਮੇਰੇ ਨਾਮ ਹੈ ਜੀ, ਪ੍ਰਾਪਰਟੀ ਮੇਰੇ ਨਾਮ। ਕੀ ਮੰਗ ਹੈ ਤੁਹਾਡੀ ਹੁਣ ਸਰਕਾਰ ਦੀ? ਮੇਰੀ ਇਹ ਸਰਕਾਰ ਕੋਲ ਮੰਗ ਹੈ ਜੀ, ਇੱਥੋਂ ਜਿਹੜਾ ਗੰਦ ਹੈ ਇਹ ਕੱਢਿਆ ਜਾਏ, ਕਿਉਂਕਿ ਸਾਡੇ ਜਿਹੜੇ ਆਂਢੀ ਗੁਆਂਢੀ ਵੀ ਉਹ ਤੰਗ ਆ ਗਏ ਜੀ ਬਿਲਕੁਲ। ਇਹ ਬੰਦਿਆਂ ਨੂੰ ਇੱਥੋਂ ਕੱਢਿਆ ਜਾਏ, ਜਾਣ ਬਾਹਰ, ਇਹਨਾਂ ਨੂੰ ਇੱਥੋਂ ਪੁਲਿਸ ਦੀ ਮਦਦ ਨਾਲ ਕੱਢਿਆ ਜਾਣਾ। ਪਰ ਮੇਰੀ ਜਿਹੜੀ ਉੱਤੋਂ ਜਿਹੜੀ ਆ ਗੁਜ਼ਾਰਿਸ਼ ਹੈ ਸਰਕਾਰ ਅੱਗੇ ਕਿ ਇਹ ਉੱਤੋਂ ਇਨਕੁਆਇਰੀ ਇਹਨਾਂ ਦੀ ਕਰਾਈ ਜਾਏ ਬੰਦਿਆਂ ਦੀ, ਕਿਉਂਕਿ ਇੱਥੇ ਲੋਕਲ ਜਿਹੜੇ ਨਿਆਂਗਾਉਂ ਦੀ ਪੁਲਿਸ ਆ ਉਹ ਮਿਲੀ ਹੋਈ ਇਹਨਾਂ ਨਾਲ, ਇਹ ਕਿਸੇ ਨੂੰ ਲੱਗੇ ਨਹੀਂ ਲੱਗਣ ਦਿੰਦੇ ਜੀ। ਸਰ ਤੁਹਾਡਾ ਕੀ ਨਾਮ ਹੈ? ਤੁਸੀਂ ਤੁਹਾਡੇ ਫਾਦਰ ਸਾਹਿਬ ਤੁਹਾਡਾ ਵੀ ਜ਼ਿਕਰ ਕਰ ਰਹੇ ਆ ਵੀ ਤੁਹਾਡੇ ਤੇ ਵੀ ਕੋਈ ਇਹਨਾਂ ਨੇ ਐਲੀਗੇਸ਼ਨ ਲਗਾਏ ਹੈ, ਕੀ ਮੇਰਾ ਨਾਮ ਹੈ ਨਾਮ- ਤੁਹਾਡਾ, ਕੀ ਗੱਲਬਾਤ ਹੈ? ਮੇਰਾ ਨਾਮ ਅਮਨਦੀਪ ਸਿੰਘ ਚੀਮਾ ਹੈ ਜੀ। ਮੈਂ ਵੀ ਆਪਣਾ ਬਚਪਨ ਤੋਂ ਇੱਥੇ ਹੀ ਰਹਿ ਰਿਹਾ ਸਿੱਧਾ ਦੇਖੋ। ਤੇ ਆਪਾਂ ਮਤਲਬ ਕਨਵੈਂਟ ਸਕੂਲ ਤੋਂ ਮੈਂ ਪੜ੍ਹਾਈ ਕੀਤੀ ਆ। ਐਮਏ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਮੇਰੇ ਕੋਲ ਮਾਸਟਰਸ ਹੈਗੀ ਆ, ਡੀਏਵੀ ਕਾਲਜ ਤੋਂ ਮੈਂ ਕੀਤੀ ਆ। ਤੇ ਮੇਰਾ ਕਦੀ ਇਹੋ ਜਿਹਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਕੋਈ ਮੇਰੇ ਤੇ ਕੋਈ ਸਿਵਲ ਪ੍ਰੋਸੀਡਿੰਗ ਨਹੀਂ ਚੱਲਦੀ ਕੋਰਟ 'ਚ। ਮੇਰੇ ਫਾਦਰ ਸਾਹਿਬ ਨੇ ਇਹਨਾਂ ਨੂੰ ਗੁੱਡ ਫੇਥ 'ਚ ਪ੍ਰਾਪਰਟੀ ਦਿੱਤੀ ਆਪਣੀ, ਤੇ ਇਹਨਾਂ ਨੇ ਮੈਨੂੰ ਵੀ ਧਮਕਾਉਣਾ ਸ਼ੁਰੂ ਕਰਤਾ, ਕਹਿੰਦੇ ਤੇਰੇ ਤੇ ਆਪਣਾ ਕੋਈ ਜਾਲੀ ਪਰਚਾ ਕਰਾਵਾਂਗੇ ਤਾਂ ਕਿ ਤੂੰ ਬਾਹਰ ਨਾ ਜਾ ਪਾਏ, ਤੇਰੇ ਤੇ ਆਪਣਾ ਤੇਰਾ ਫਿਊਚਰ ਅਸੀਂ ਰੋਲ ਦਾਂਗੇ। ਇਹੀ ਜੀ ਗੱਲਾਂ ਕੀਤੀਆਂ ਨੇ। ਇਹ ਫੋਨ ਤੇ ਧਮਕੀ ਆਈ ਕਿਵੇਂ ਆਈ ਹੈ? ਇਹ ਮੈਨੂੰ ਥਾਣੇ ਦੇ ਬਾਹਰ ਦਿੱਤੀ ਗਈ ਸੀ ਜੀ। ਅੱਛਾ। ਜਦ ਆਪਣਾ ਉਦੋਂ ਇਹਨਾਂ ਨੇ ਸਾਡੀ ਝੂਠੀ ਕੰਪਲੇਂਟ ਪਾਈ ਸੀ, ਜਦ ਉਦੋਂ ਬੁਲਾਇਆ ਗਿਆ ਸੀ ਤੇ ਉਦੋਂ ਥਾਣੇ ਦੇ ਬਾਹਰ ਹੋਇਆ ਸੀ। ਕਹਿੰਦੇ ਬਾਬ ਤੁਹਾਨੂੰ ਹਰਾਸ਼ ਕਰ ਰਹੇ ਹੈ। ਹਰਾਸ ਕਰ ਰਹੇ ਜੀ, ਇੱਥੇ ਤੱਕ ਕਿ ਸਾਡਾ ਦੇਹ ਵਪਾਰ 'ਚ ਵੀ ਨਾਮ ਜੋੜ ਦਿੱਤਾ ਗਿਆ ਜੀ। ਅੱਛਾ। ਜਦ ਕਿ ਅਸੀਂ ਰੈਪੂਟੇਸ਼ਨ, ਸਾਡੀ ਇਮੇਜ ਬਣੀ ਸਾਡੇ ਫਾਦਰ ਦੀ, 30 ਸਾਲ ਤੋਂ ਰਹਿੰਦੇ। ਮੇਰੇ ਗ੍ਰੈਂਡਫਾਦਰ ਨੂੰ ਉਹਨਾਂ ਨੇ ਜਦ ਖਬਰ ਪੜੀ ਨਾ ਅਖਬਾਰ 'ਚ ਕਿ ਗੁਰਪਿੰਦਰ ਸਿੰਘ ਚੀਮਾ ਦੇਹ ਵਪਾਰ 'ਚ ਇਨਵੋਲਵ ਹੈ, ਮਤਲਬ ਇਹਨਾਂ ਤੇ ਕੇਸ ਦਰਜ ਹੋ ਗਿਆ। ਮੇਰੇ ਦਾਦਾ ਜੀ ਦੀ ਤਬੀਅਤ ਉਗੜ, ਉਹ ਹਾਰਟ ਦੇ ਪੇਸ਼ੈਂਟ ਹੈ, 76 ਇਅਰਸ ਉਹਨਾਂ ਦੀ ਏਜ ਹੈ। ਉਹਨਾਂ ਨੂੰ ਆਪਾਂ ਮੈਕਸ ਹਸਪੀਟਲ ਰਸ਼ ਕੀਤਾ, ਨਹੀਂ ਤਾਂ ਰਸਤੇ 'ਚ ਹੀ ਉਹਨਾਂ ਨੂੰ ਕੁਝ ਨਾ ਕੁਝ ਹੋ ਜਾਣਾ ਸੀ। ਤੁਸੀਂ ਕੀ ਮੰਗ ਕਰਦੇ ਹੋ? ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਸਰਕਾਰ ਨੂੰ? ਭਗਵੰਤ ਮਾਨ ਸਰਕਾਰ ਐਨਆਰਆਈਜ਼ ਵਾਸਤੇ ਬਹੁਤ ਕੁਝ ਕਰ ਰਹੀ, ਕੀ ਕਹਿਣਾ ਚਾਹੁੰਦੇ? ਮੈਂ ਸਰਕਾਰ ਭਗਵੰਤ ਮਾਨ ਜੀ ਅੱਗੇ ਇਹੀ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਬੰਦਿਆਂ ਤੋਂ ਛੇਤੀ ਸਾਡੀ ਪ੍ਰਾਪਰਟੀ ਖਾਲੀ ਕਰਾਈ ਜਾਏ, ਤਾਂ ਕਿ ਇਹ ਕੱਲ ਨੂੰ ਕਬਜ਼ਾ ਨਾ ਮਾਰ ਬੈਠਣ ਜਾਂ ਫਿਰ ਸਾਡੇ ਨੇਬਰਸ ਨੂੰ ਪਰੇਸ਼ਾਨ ਨਾ ਕਰਨ, ਕਿਉਂਕਿ ਇੱਥੇ ਛੋਟੇ ਨਿਆਣੇ ਵੀ ਰਹਿੰਦੇ ਜਿਹੜੇ ਸਕੂਲਾਂ 'ਚ ਪੜ੍ਹਦੇ, ਉਹਨਾਂ ਤੇ ਮਾੜਾ ਪ੍ਰਭਾਵ ਪੈਂਦਾ। ਉਹ ਕੀ ਸਿੱਖਣਗੇ ਮਤਲਬ ਫਿਊਚਰ 'ਚ, ਕਿ ਕਿਹੋ ਜਿਹੇ ਲੋਕ ਰਹਿ ਰਹੇ ਆ, ਕਿਉਂਕਿ ਸਾਹਮਣੇ ਉਹਨਾਂ ਦੇ ਕਪਲਸ ਲੰਘਦੇ ਆ ਅੰਡਰ ਏਜ, ਤੇ ਫੜੇ ਵੀ ਗਏ ਆ ਤੁਹਾਨੂੰ ਜਿੱਦਾਂ ਵਿਜੇ ਤੇ ਕਰਨ, ਤਾਂ ਉਹ ਸਭ ਕੁਝ ਆ ਚੁੱਕਾ ਤੇ ਉਹ ਤਾਂ ਸਭ ਕੁਝ ਸਾਹਮਣੇ ਉਹਨਾਂ ਤੇ ਪਰਚਾ ਹੋਇਆ। ਤੇ ਮੇਰਾ ਨਾਮ ਕਿਉਂ ਇਨਵੋਲਵ ਕੀਤਾ ਗਿਆ? ਮੈਨੂੰ ਤਾਂ ਇੰਨਾ ਟਾਈਮ ਹੋ ਗਿਆ, ਮੈਂ ਤਾਂ ਉੱਥੇ ਵਿਜ਼ਿਟ ਵੀ ਨਹੀਂ ਕੀਤਾ, ਮੈਂ ਕਦੀ ਗਿਆ ਵੀ ਨਹੀਂ ਆਪਣੀ ਪ੍ਰਾਪਰਟੀ ਤੇ। ਕਦੋਂ ਲਾਸਟ ਟਾਈਮ ਕਦੋਂ ਗਏ ਸੀ? ਲਾਸਟ ਟਾਈਮ ਮੈਂ ਗਿਆ ਸੀ ਜੀ 2 ਮੰਥਸ ਪਹਿਲਾਂ ਗਿਆ ਹੋਣਾ, ਜਦ ਕੋਈ ਕੰਪਲੇਂਟ ਕੋਈ ਇਸ਼ੂ ਨਹੀਂ ਸੀ, ਉਦੋਂ ਆਪਣੀ ਪ੍ਰਾਪਰਟੀ ਚੈੱਕ ਕਰਨ ਗਿਆ ਸੀ ਮੈਂ। ਕੀ ਤੁਹਾਨੂੰ ਲੱਗਦਾ ਹੈ ਵੀ ਇਹ ਸਾਰਾ ਜਿਹੜਾ ਪ੍ਰੋਪੋਗੈਂਡਾ ਇਸ ਕਰਕੇ ਕੀਤਾ ਗਿਆ ਵੀ ਤੁਹਾਡੀ ਪ੍ਰਾਪਰਟੀ ਅੱਗੇ ਲੀਜ਼ ਤੇ ਲਈ ਜਾ ਸਕੇ? ਨਹੀਂ ਜੀ, ਇਹ ਕਬਜ਼ੇ ਦੀ ਮਨਸ਼ਾ ਲੱਗ ਰਹੀ ਹੈ ਮੈਨੂੰ। ਇਹ ਕੋਈ ਲੀਜ਼ ਤੇ ਪ੍ਰਾਪਰਟੀ ਵਾਲੀ ਗੱਲਬਾਤ ਹੈ ਨਹੀਂ। ਜੇ ਲੀਜ਼ ਤੇ ਪ੍ਰਾਪਰਟੀ ਲੈ ਕੇ ਚੱਲਦੇ ਤਾਂ ਸਾਡੇ ਨਾਲ ਬੜੇ ਪਿਆਰ ਨਾਲ ਆਰਾਮ ਨਾਲ ਚੱਲਦੇ, ਪਰ ਇਹਨਾਂ ਨੇ ਤਾਂ ਉਲਟਾ ਸਾਡੇ ਤੇ ਹੀ ਕਾਰਵਾਈ ਕਰਵਾਤੀ। ਠੀਕ।
ਥੈਂਕ ਯੂ। ਜਿਹੜੀ ਤੁਸੀਂ ਇੱਕ ਰੇਡ ਕਹਿ ਰਹੇ ਹੋ ਵੱਜੀ ਹੈ, ਉਹਦਾ ਕੋਈ ਕਲਿੱਪ ਹੈਗਾ, ਸੀਸੀਟੀਵੀ ਹੈਗੀ ਤੁਹਾਡੇ ਕੋਲ? ਹੈਗੀ ਹੈ ਜੀ। ਜਿਹੜੀ ਰੇਡ ਹੈ ਉਹਦੀ ਵੀ ਸੀਸੀਟੀਵੀ ਕਲਿੱਪ ਹੈ, ਪਲੱਸ ਸਾਡੇ ਜਿਹੜੇ ਨੇਬਰਸ ਹੈਗੇ ਆ ਉਹਨਾਂ ਦਾ ਪ੍ਰਾਪਰਟੀ ਡੀਲਿੰਗ ਦਾ ਆਫਿਸ ਹੈ ਸਾਹਮਣੇ ਬਿਲਕੁਲ ਹੋਟਲ ਦੇ ਸਾਡੇ, ਤੇ ਉਹਦੇ 'ਚ ਪੂਰੀ ਸੀਸੀਟੀਵੀ ਰਿਕਾਰਡਿੰਗ ਹੈ। ਉਹਦੇ 'ਚ ਤੁਸੀਂ ਮੈਨੂੰ ਜਾਂ ਮੇਰੇ ਫਾਦਰ ਨੂੰ ਜਾਂ ਮੇਰੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਦਿਖਾ ਦਿਓ ਕਿ ਅਸੀਂ 2 ਮਹੀਨੇ 'ਚ ਜਾਂ ਮਹੀਨੇ 'ਚ ਕਦੀ ਹੋਟਲ ਵਿਜ਼ਿਟ ਵੀ ਕੀਤਾ ਹੋਏ, ਅੰਦਰ ਵੀ ਵੜ ਰਹੇ ਹੋਈਏ। ਔਰ ਉਸ ਕਲਿੱਪ 'ਚ ਇਹ ਵੀ ਹੈ, ਸਾਡੇ ਕੋਲ ਕਲਿੱਪ ਹੈਗੀ ਕਿ ਪੁਲਿਸ ਵਾਲੇ ਉਹ ਕਪਲਸ ਜਿਹੜੇ ਉਹਨਾਂ ਨੇ ਫੜੇ ਸੀ ਉਹਨਾਂ ਨੂੰ ਬਾਹਰ ਲੈ ਕੇ ਜਾ ਰਹੇ, ਜਿਹੜੇ ਵਿਦਆਊਟ ਆਈਡੀ ਫੜੇ ਸੀ। ਔਰ ਇਹਦੇ ਗੁਨਾਹਗਰ ਜਿਹੜੇ ਵਿਜੇ ਤੇ ਕਰਨ ਹੈ, ਉਹਨਾਂ ਨੇ ਮੇਰਾ ਧੱਕੇ ਨਾਲ ਨਾਮ ਜੀ ਵਿੱਚ ਦਰਜ ਕਰਵਾਇਆ। ਜਿਹੜੇ ਉਹ ਸੀਸੀਟੀਵੀ ਫੁਟੇਜ ਹੈਗੀ ਆ ਉਹਦੇ ਵਿੱਚ ਇਹ ਜਿਹੜੇ ਤੁਸੀਂ 2 ਗੁਨਾਹਗਾਰ ਬੰਦੇ ਦੱਸ ਰਹੇ ਜਾਂ ਇਹਨਾਂ ਦਾ ਕੋਈ ਮੈਨੇਜਰ ਹੈਗਾ ਉਹਨੂੰ ਵੀ ਲੈ ਕੇ ਜਾ ਰਹੀ ਹੈ ਪੁਲਿਸ ਨਾਲ ਫੜ ਕੇ? ਨਹੀਂ ਜੀ, ਉਹਨਾਂ ਦੇ ਉਹ ਨਹੀਂ ਜਾ ਰਹੇ, ਉਹ ਕਿਉਂਕਿ ਬਾਹਰ ਸੀ ਉਸ ਟਾਈਮ। ਨਹੀਂ, ਕੋਈ ਮੈਨੇਜਰ ਵਰਕਰ ਉਹਨਾਂ ਦਾ ਉਹ ਵੀ ਲੈ ਕੇ ਜਾ ਰਿਹਾ? ਵਰਕਰ ਨੂੰ ਲੈ ਕੇ ਗਏ ਸੀ। ਵਰਕਰ ਨੂੰ। ਹਲ ਹੈਗੀ ਇਦਾਂ, ਜਿਹੜੀ ਸਾਡੀ ਪ੍ਰਾਪਰਟੀ ਹੈ ਬਿਲਕੁਲ ਸੀਐਮ ਦੀ ਜਿੱਥੇ ਰਿਹਾਇਸ਼ ਹੈ, ਇੱਥੋਂ ਸਿਰਫ 1 ਜਾਂ 1.5 ਕਿਲੋਮੀਟਰ ਦੀ ਦੂਰੀ ਤੇ ਹੋਏਗੀ। ਤੇ ਜੇ ਭਗਵੰਤ ਮਾਨ ਸਿੰਘ ਜੀ ਇੱਧਰ ਰਹਿ ਰਹੇ ਆ, ਸੀਐਮ ਰਹਿ ਰਹੇ, ਉਹਨਾਂ ਦੇ ਨੇੜੇ ਤੇੜੇ ਇਹੋ ਜਿਹਾ ਕੰਮ ਚੱਲ ਰਿਹਾ ਹੈ ਤਾਂ ਕਿੰਨੀ ਸ਼ਰਮਨਾਕ ਗੱਲ ਹੈ ਇਹ। ਤੇ ਪਲੱਸ ਇਹ ਸਾਰਾ ਕੁਝ ਹੋ ਰਿਹਾ ਪੁਲਿਸ ਦੀ ਮਦਦ ਨਾਲ, ਕਿਉਂਕਿ ਆਪਣੀ ਜਿਹੜੀ ਇਮੇਜ ਹੈ ਉਹ ਖਰਾਬ ਕੀਤੀ ਗਈ ਹੈ ਜੀ। ਮੇਰੇ ਦਾਦਾ ਜੀ ਨੇ ਇੱਥੋਂ 30 ਤੋਂ 35 ਸਾਲ ਤੋਂ ਇੱਥੇ ਰਹਿ ਰਹੇ ਆ, ਉਹਨਾਂ ਨੇ ਜਿੰਨੀ ਇਮੇਜ ਆਪਣੀ ਬਣਾਈ ਹੋਈ ਹੈ, ਸਮਾਜ ਸੇਵੀ ਦੇ ਕੰਮ ਕੀਤੇ ਹੋਏ ਆ, ਗਰੀਬ ਕੁੜੀਆਂ ਦੇ ਵਿਆਹ ਕਰਾਏ ਹੋਏ ਆ, ਉਹ ਸਾਰੀ ਇਹਨਾਂ ਬੰਦਿਆਂ ਨੇ 1 ਮਿੰਟ 'ਚ ਝੂਠੀ ਖਬਰ ਲਾ ਕੇ, ਝੂਠਾ ਪਰਚਾ ਕਰਾ ਕੇ ਮਿੱਟੀ 'ਚ ਰੋਲਤੀ ਜੀ ਸਾਡੀ। ਹੁਣ ਦੱਸੋ ਅਸੀਂ ਜਾਈਏ ਤਾਂ ਜਾਈਏ ਕਿਹਦੇ ਕੋਲ? ਤੇ ਲਾਸਟ ਤੁਹਾਨੂੰ ਕੀ ਕਹੋਗੇ ਕਿ ਜੇ ਕੋਈ ਕੱਲ ਜ਼ਿੰਮੇਵਾਰ ਕੌਣ ਹੈ ਤੁਹਾਡੇ, ਜੇ ਕੋਈ ਨੁਕਸਾਨ ਹੁੰਦਾ ਤਾਂ? ਜੀ ਇਸ ਚੀਜ਼ ਦੀ ਨੁਕਸਾਨ ਮੈਂ ਤਾਂ ਪੰਜਾਬ ਪੁਲਿਸ ਨੂੰ ਮੰਨੂਗਾ ਜੀ, ਕਿਉਂਕਿ ਜਿਹੜੀ ਪੁਲਿਸ ਹੈ ਜੀ ਉਹ ਸਾਡੀ ਬਿਲਕੁਲ ਨਹੀਂ ਸੁਣਵਾਈ ਕਰ ਰਹੀ। ਅਸੀਂ ਕੋਰਟ ਕੇਸ ਵੀ ਕੀਤਾ, ਕੋਰਟ 'ਚ ਵੀ ਸਾਡੀ ਸੁਣਵਾਈ ਨਹੀਂ। ਮਹੱਲੇ ਵਾਲਿਆਂ ਨੇ ਜਿਹੜੇ ਸਾਡੇ ਨੇਬਰ ਹੈ ਉਹਨਾਂ ਦੇ ਵਿੱਚ ਸਾਈਨ ਹੈ, ਸਾਰੇ ਤੰਗ ਹੈ ਜੀ, ਪਰੇਸ਼ਾਨ ਹੈ। ਸਭ ਨੇ ਕਿਹਾ, ਪਰ ਇਹ ਗੈਂਗ ਰਲਿਆ ਹੋਇਆ ਜੀ ਬੰਦਿਆਂ ਦਾ ਜਿਹੜਾ ਇਹ ਕੰਮ ਕਰ ਰਿਹਾ। ਹੋਟਲ ਲੈਂਦੇ ਲੀਜ਼ ਤੇ, ਮਤਲਬ ਛੋਟੇ ਲੈਵਲ ਦੇ ਜਿਹੜੇ ਅਫਸਰ ਹੁੰਦੇ ਜਿੱਦਾਂ ਕਾਂਸਟੇਬਲ ਹੋ ਗਏ ਜਾਂ ਕੁਝ, ਸਾਨੂੰ ਉਹਨਾਂ ਦਾ ਨਾਮ ਵਿੱਚ ਆ ਰਿਹਾ, ਉਹ ਇਹਨਾਂ ਨਾਲ ਮਿਲੇ ਹੋਏ ਆ ਤੇ ਉਹ ਸਾਰੇ ਕੇਸ ਰਫਾ ਦਫਾ ਕਰਵਾ ਲੈਂਦੇ ਆ ਜੀ। ਐਂ ਦੱਸੋ ਹੁਣ ਅਸੀਂ ਜਾਈਏ ਤਾਂ ਜਾਈਏ ਕਿਹਦੇ ਕੋਲ? ਠੀਕ ਭਾਜੀ, ਕੀ ਨਾਮ ਹੈ ਜੀ? ਵਿਜੇ। ਅੱਛਾ ਵਿਜੇ ਜੀ, ਤੁਹਾਡੇ ਤੇ ਜਿਹੜੇ ਇੱਕ ਕਾਨਫਰੰਸ ਕੀਤੀ ਹੈ ਇਲਜ਼ਾਮ ਚੀਮਾ ਹਾਊਸ ਦੇ ਜਿਹੜੇ ਓਨਰ ਨੇ ਕਿ ਇੱਥੇ ਤੁਸੀਂ ਜਿਹੜੇ ਆਪਣਾ ਚੀਮਾ ਹਾਊਸ ਜਿਹੜਾ ਰੈਂਟ ਤੇ ਲਿੱਤਾ ਹੋਇਆ ਹੈ ਤੇ ਹੋਟਲ ਬਣਾ ਕੇ ਰਹਿ ਰਹੇ ਹੋ, ਕਿ ਇੱਥੇ ਕੋਈ ਗਲਤ ਕੰਮ ਚੱਲਦੇ ਨੇ ਜਿਹਦੇ ਕਾਰਨ ਉਹਨਾਂ ਦਾ ਨਾਮ ਬਦਨਾਮ ਹੋਇਆ? ਸਰ ਕਿੱਦਾਂ ਦੇ ਗਲਤ ਕੰਮ ਹੈ? ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਇੱਕ ਤਾਂ ਗਲਤ ਕੰਮ ਚੱਲਦੇ ਜਿਹਦੇ ਕਰਕੇ ਪੁਲਿਸ ਨੇ ਵੀ ਰੇਡ ਕੀਤੀ, ਸਾਡੀ ਛਵੀ ਖਰਾਬ ਹੋ ਗਈ। ਠੀਕ ਹੈ ਸਰ, ਜਿਹੜੀ ਪੁਲਿਸ ਨੇ ਰੇਡ ਕੀਤੀ ਹੈ, ਠੀਕ ਹੈ, ਪ੍ਰੋਪਰ ਆਏ ਐਸਐਚਓ ਸਾਹਿਬ ਉਹਨਾਂ ਨੇ ਰੇਡ ਕੀਤੀ, ਉਸ 'ਚ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਮਿਲੀ, ਉਸ 'ਚ ਕੋਈ ਵੀ ਇਦਾਂ ਨਹੀਂ ਮਿਲਿਆ ਕਿ ਆਪਾਂ ਕੁਝ ਇਲੀਗਲ ਕੰਮ ਕਰ ਰਹੇ ਹਾਂ, ਗਲਤ ਕਰ ਰਹੇ ਹਾਂ। ਗਲਤੀ ਮੇਰੇ ਮੈਨੇਜਰ ਨੇ ਕੀਤੀ ਕਿ ਉਹਨੇ ਆਈਡੀ ਲੈ ਲਈ, ਐਂਟਰੀ ਨਹੀਂ ਕੀਤੀ, ਉਹਨੂੰ ਲਾਲਚ ਆ ਗਿਆ। ਠੀਕ ਹੈ, ਬਾਕੀ 2 ਕਮਰੇ ਇੱਕਦਮ ਆ ਗਏ, ਉੱਪਰ ਆਈਡੀ ਲੈ ਕੇ ਦਿਖਾਣ ਚੱਲ ਗਿਆ, ਇਹਨੇ 'ਚ ਰੇਡ ਹੋ ਗਈ। ਠੀਕ ਹੈ, ਜਾਂ ਤਾਂ ਇਹ ਹੋਵੇ ਕਿ ਆਪਾਂ ਗਲਤ ਕੰਮ ਕਰ ਰਹੇ ਹਾਂ, ਕੁਝ ਪ੍ਰੋਵਾਈਡ ਕਰਾ ਰਹੇ ਹਾਂ ਕਸਟਮਰਾਂ ਨੂੰ, ਜਾਂ ਕੁਝ ਆਪਾਂ ਕਾਲ ਕਰਕੇ ਬੋਲ ਰਹੇ ਕਿ ਹਾਂਜੀ ਆ ਜਾਓ ਮਿਲ ਜਾਏਗਾ, ਇਦਾਂ ਦਾ ਆਪਾਂ ਕੁਝ ਵੀ ਨਹੀਂ ਕਰ ਰਹੇ। ਕੀ ਮਿਲ ਜਾਏਗਾ ਮਤਲਬ? ਠੀਕ ਹੈ ਨਾ, ਜਿਹੜਾ ਚੀਜ਼ ਤੁਸੀਂ ਲੋਕੀ ਸਾਬਤ ਕਰਨਾ ਚਾਹੁੰਦੇ ਤੇ ਜਿਹੜੇ ਖਬਰਾਂ ਲੱਗੀਆਂ ਅਖਬਾਰਾਂ 'ਚ ਉਹਨਾਂ ਬਾਰੇ ਕੀ ਕਹੋਗੇ? ਸਰ ਕਿ ਜਿਹੜੀ ਖਬਰ ਲੱਗੀ ਅੱਜ ਆਪਾਂ ਐਸਐਚਓ ਸਾਹਿਬ ਕੋਲ ਵੀ ਗਏ ਸੀ। ਸਰ ਇਹ ਤੁਸੀਂ ਜਸਟੀਫਾਈ ਕੀਤੀ? ਸਰ ਨੇ ਕਿਹਾ ਮੈਂ ਜਸਟੀਫਾਈ ਨਹੀਂ ਕੀਤੀ, ਕਿ ਮੈਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਹੈ ਹੀ ਨਹੀਂ। ਫਿਰ ਆਪਾਂ ਬੰਦੇ ਪਕੜੇ ਬਿਨਾਂ ਆਈਡੀ ਤੋਂ ਕਿ ਤੁਸੀਂ ਐਂਟਰੀ ਨਹੀਂ ਕੀਤੀ ਸੀ, ਆਈਡੀ ਉਹਨਾਂ ਕੋਲ ਸੀ। ਮੈਂ ਕਿਹਾ ਸਰ ਇਹ ਦੇਖੋ ਜੀ ਦੇ ਵਪਾਰ ਦਾ ਧੰਦਾ ਚੱਲ ਰਿਹਾ, ਇਹ ਲਿਖਿਆ ਕਰ, ਇਹ ਗਲਤ ਹੈ। ਜੇ ਤੁਸੀਂ ਐਕਸ਼ਨ ਲੈਣਾ ਚਾਹੁੰਦੇ ਹੋ ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕਦੇ ਹੋ। ਤੇ ਆਪਾਂ ਅੱਜ ਉਹਨਾਂ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਪੁੱਛਿਆ ਕਿ ਜੀ ਮਿਸਟੇਕ ਹੋ ਗਈ ਹੈ। ਮੈਂ ਕਿਹਾ ਸਰ ਮਿਸਟੇਕ ਹੋ ਗਈ, ਸਾਡਾ ਤਾਂ ਕੰਮ ਵੀ ਖਰਾਬ ਹੋ ਰਿਹਾ, ਨਾਮ ਵੀ ਖਰਾਬ ਹੋ ਰਿਹਾ। ਆਪਾਂ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਕਰ ਰਹੇ, ਜੈਨੂਇਨ ਤਰੀਕੇ ਨਾਲ ਆਈਡੀ ਲੈ ਰਹੇ ਹਾਂ, ਰੂਮ ਦੇ ਰਹੇ ਹਾਂ। ਉਹ ਗਲਤੀ ਮੁੰਡੇ ਨੇ ਕੀਤੀ ਕਿ ਨਾ 2 ਕਮਰੇ ਦੀ ਐਂਟਰੀ ਛੁਪਾਉਣ ਦੇ ਚੱਕਰ 'ਚ 500,000 ਰੁਪਏ ਉਹਦੀ ਜੇਬ 'ਚ ਚਲ ਜਾਏਗਾ, ਉਹਨੇ ਐਂਟਰੀ ਨਹੀਂ ਕੀਤੀ, ਇਸ ਕਰਕੇ ਸਾਨੂੰ ਭੁਗਤਣਾ ਪੈ ਰਿਹਾ। ਅੱਛਾ, ਉਹਨਾਂ ਚੀਮਾ ਸਾਹਿਬ ਦੇ ਬੇਟੇ ਨੇ ਇੱਕ ਇਲਜ਼ਾਮ ਲਾਇਆ ਕਿ ਤੁਸੀਂ ਧਮਕਾਉਂਦੇ ਹੋ, ਧਮਕੀਆਂ ਦਿੰਦੇ ਹੋ, ਘੇਰਿਆ ਵੀ ਗਿਆ 11 ਸੈਕਟਰ, ਕਿੰਨੀ ਸੱਚਾਈ ਹੈ? ਸਰ ਆਪਾਂ ਉਹਨਾਂ ਨੂੰ ਪੁੱਛਿਆ ਸੀ ਕਿ 11 ਸੈਕਟਰ ਆਪਾਂ ਘੇਰਿਆ, ਟਾਈਮ ਡੇਟ ਦੱਸਦੇ। ਹੁਣ ਤੱਕ ਆਪਾਂ ਨੂੰ ਟਾਈਮ ਡੇਟ ਨਹੀਂ ਪਤਾ ਲੱਗਿਆ, ਪਰ ਪੁਲਿਸ ਨੇ ਆਪਾਂ ਨੂੰ 4 ਵਾਰ ਬੁਲਾਇਆ ਥਾਣੇ। ਠੀਕ ਹੈ, ਇੱਕ ਵਾਰ ਟਰੱਕ 'ਚ ਲੋਡ ਕਰਕੇ ਸਾਨੂੰ 16 ਹਸਪੀਟਲ ਮੈਡੀਕਲ ਵੀ ਲੈ ਗਏ। ਠੀਕ ਹੈ, ਜੇ ਮੈਡੀਕਲ ਸਾਡਾ ਕਰਾਇਆ ਸਾਡੇ ਤੇ ਪਰਚਾ ਦਿੰਦੇ। ਠੀਕ ਹੈ, ਸਾਨੂੰ ਡੇਟ ਟਾਈਮ ਦੱਸੋ, ਅਸੀਂ ਪ੍ਰੂਫ ਦੇਵਾਂਗੇ ਕਿ ਆਪਾਂ ਕਿੱਧਰ ਸੀ। ਪਾਰਟਨਰ ਦੇ ਨਾਮ ਲਾਇਆ, ਪਾਰਟਨਰ ਨੂੰ ਗਿਆ ਕਿ ਓਵੀਸੀ, ਉਹ ਅੰਮ੍ਰਿਤਸਰ ਬੈਠਿਆ ਸੀ। ਠੀਕ ਹੈ, ਫਿਰ ਪਰਚਾ ਦੋ ਨਾ, ਜੇ ਆਪਾਂ ਗਲਤ ਹੈ ਉਸਨੇ ਡੇਟ ਟਾਈਮ ਦੋ, ਆਪਾਂ ਸਬੂਤ ਦੇਣਗੇ ਕਿ ਆਪਣੇ ਕੈਮਰੇ ਲੱਗੇ, ਆਪਾਂ 24 ਘੰਟੇ ਬਾਜੀ ਕੈਮਰੇ 'ਚ। ਜਿਹੜੇ ਮੁੰਡੇ ਮੇਰੇ ਪਾਰਟਨਰ ਦੇ ਨਾਮ ਲਾਇਆ ਉਹ ਇੱਧਰ ਹੈ ਹੀ ਨਹੀਂ। ਅੱਛਾ, ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇੱਥੇ ਹੋਟਲ ਦੇ ਵਿੱਚ ਬੈਠੇ ਹੋ, ਕਿ ਸਾਡਾ ਐਗਰੀਮੈਂਟ ਹੈ ਉਸ ਤੱਕ ਅਸੀਂ ਹੋਇਆ, ਉਹ ਤੋਂ ਬਾਅਦ ਧਮਕੀ ਦੇ ਜਾ ਰਹੀ ਕਿ ਅਸੀਂ 5 ਸਾਲ ਤੁਹਾਡਾ ਛੱਡਾਂਗੇ ਨਹੀਂ। ਭਾਜੀ ਇੱਦਾਂ ਦਾ ਕੁਝ ਨਹੀਂ ਹੈ, ਮੈਂ ਇੱਕ ਹੋਟਲ ਨਹੀਂ ਚਲਾ ਰਿਹਾ, ਮੇਰੇ
दो होटल हैं, ठीक है, उधर भी मैं रेंट दे रहा, एक 10 रेंट प्रॉपर दे रहा, 4 साल तो चला रहा, ठीक है। इन्हों का होटल मैं फरवरी च लिता, इन्होंने जून च कहता कि तुसी खाली कर दो या रेंट 110 तो 160 कर दो, कितने भी लीगली है ही नहीं कि 110 तो 160 हो जाएगा, या ਵਧੂਗਾ 5% या 10%, वो भी साल बाद, ठीक है। आपने कहा कि चीज खाली कर दूंगा, सानू महीना दे दो, इन्होंने कहा 5 दिन च खाली करो। फिर आप कोर्ट का सहारा लिता, सारे ने सानू सलाह दी कि तुसी कोर्ट च पा दो, कोर्ट जिस दिन ऑर्डर दे देगा भाजी हाथ जोड़ के खाली करांगे आप, ठीक है। सानू किसी दी चीज नहीं दबनी, उन्होंने दी चीज है, वो मालक है, आप किराया दे रहे हैं। पर ਜਿਹੜਾ ਉਹ ਅਨਨੈਸੈਸਰੀ ਸਾਨੂੰ ਤੰਗ ਕਰ ਰਿਹਾ, ਕਾਊਂਟਰ 'ਚ ਆ ਕੇ ਬੈਠਦੇ, ਸਾਡੇ ਮੁੰਡੇ ਨੂੰ ਕਹਿੰਦੇ ਕਿ ਤੈਨੂੰ 20000 ਸੈਲਰੀ ਦੇ ਦਾਂਗੇ, ਇਹਨਾਂ ਨੂੰ ਬਾਹਰ ਕੱਢ ਦਿੰਦੇ, ਠੀਕ ਹੈ। ਸਾਡਾ ਕੰਮ ਦੇਖਦੇ ਆ, ਸਾਡੇ ਕਮਰੇ 'ਚ ਘੁਸਿਆ ਹਥਿਆਰ ਲੈ ਕੇ, ਠੀਕ ਹੈ, ਸਾਨੂੰ ਧਮਕੀਆਂ ਦਿੰਦੇ ਕਿ ਆਪਾਂ ਏਸੀ ਰੂਮ 'ਚ ਬੈਠੇ ਸੀ, ਤੁਸੀਂ ਥਾਣੇ 'ਚ ਅੰਦਰ ਬੈਠੇ ਸੀ 11 ਸੈਕਟਰ, ਕਹਿੰਦਾ ਸਾਡੀ ਵਾਕ ਵੀ ਬਹੁਤ ਹੈ, ਸਾਨੂੰ ਬੜੇ ਡੀਐਸਪੀ ਜਾਣਦੇ, ਐਸਪੀ ਜਾਣਦੇ, ਇਦਾਂ ਦੀ ਗੱਲਾਂ ਕਹਿੰਦੇ। ਤੁਹਾਡੇ ਤੇ ਇਲਜ਼ਾਮ ਲਾ ਰਹੇ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਸਾਰਾ ਕੰਮ ਚਲਾ ਰਹੇ। ਸਰ ਪੁਲਿਸ ਦੀ ਮਿਲੀ ਭਗਤ ਹੁੰਦੀ, ਸਾਡੇ ਹੋਟਲ 'ਚ ਚੈਕਿੰਗ ਹੁੰਦੀ, ਠੀਕ ਹੈ। ਪੁਲਿਸ ਨਾਲ ਆਪਣਾ ਕੁਝ ਨਹੀਂ, ਆਪਾਂ ਤਰੀਕੇ ਨਾਲ ਕੰਮ ਚਲਾ ਰਹੇ ਹਾਂ, ਪੁਲਿਸ ਨੇ ਆਪਣਾ ਕੰਮ ਕੀਤਾ, ਠੀਕ ਹੈ। ਰਿਸੈਪਸ਼ਨ ਮੈਨੇਜਰ ਦੀ ਗਲਤੀ ਸੀ, ਪਰ ਆਪਾਂ ਕੁਝ ਵੀ ਗਲਤ ਨਹੀਂ ਕਰ ਰਹੇ। ਉਹਨੇ ਐਂਟਰੀ ਨਹੀਂ ਕੀਤੀ, ਆਈਡੀ ਪ੍ਰੂਫ ਲਿੱਤੇ ਸੀ, ਉਹ ਕਹਿਣ ਲੱਗੇ ਸਾਨੂੰ ਕਿ ਸਰ 10 ਮਿੰਟ, ਮੈਂ ਉੱਪਰ ਰੂਮ ਦਿਖਾਣੇ ਗਿਆ ਥਾ, ਇਹਨੇ ਜੇ ਚੈਕਿੰਗ ਆ ਗਈ ਤਾਂ ਕਰਕੇ ਐਂਟਰੀ ਨਹੀਂ ਕੋਈ ਹੋਈ। ਇੱਥੇ ਨੇੜੇ ਤੇੜੇ ਹੋਰ ਹੋਟਲ ਵੀ ਚੱਲਦੇ ਆ? ਸਰ ਹੋਟਲ ਬਹੁਤ ਹੋਟਲ ਹੈ, 150 ਪਲੱਸ ਹੋਟਲ ਹੈ ਨਵੇਂ ਗਰਾਊਂਡ 'ਚ। ਇੱਥੇ ਨੇੜੇ ਤੇੜੇ ਕੋਈ ਸਰ ਚੀਮਾ ਸਾਹਿਬ ਦਾ ਆਪ ਦਾ? ਚੀਮਾ ਸਾਹਿਬ ਨੇ ਤਾਂ ਕੋਠੀ 'ਚ ਹੋਟਲ ਖੋਲਿਆ ਬਿਨਾ ਬੋਰਡ ਤੇ, ਠੀਕ ਹੈ। 9 ਕਮਰੇ ਦੀ ਪ੍ਰਾਪਰਟੀ ਖੋਲੀ ਹੈ, ਉਹ ਕਹਿ ਰਹੇ ਕਿ ਬਦਨਾਮ ਕਰਦਾ, ਆਪਾਂ ਕਿਉਂ ਬਦਨਾਮ ਕਰਾਂਗੇ, ਕਿ ਸਾਨੂੰ ਵੀ ਪਤਾ ਹੈ ਕਿ ਉਹ ਕਾਲ ਕਰ ਰਹੇ ਆ, ਉਹ ਤੰਗ ਕਰ ਰਹੇ ਆ, ਹਰਾਸ ਕਰ ਰਹੇ ਆ, ਹਰ ਮਹੀਨੇ ਕੁਛ ਨਾ ਕੁਛ ਨਵਾਂ ਐਲੀਗੇਸ਼ਨ ਲਾ ਰਹੇ ਆ, ਠੀਕ ਹੈ। ਕਦੇ ਧਮਕੀਆਂ ਦੇ ਰਹੇ, ਕਦੇ ਪ੍ਰਾਪਰਟੀ 'ਚ ਐਂਟਰ ਕਰ ਰਹੇ ਆ ਅਨਨੈਸੈਸਰੀ। ਜਦ ਉਹਦਾ ਮੁੰਡਾ ਆ ਕੇ ਬੈਠਾ ਰਹਿੰਦਾ ਸੀ ਬਈ ਪੂਰਾ ਦਿਨ, ਜਦ ਆਪਾਂ ਰੈਂਟ ਦੇ ਰਹੇ ਉਹਨਾਂ ਦਾ ਬੈਠਣੇ ਦਾ ਮਤਲਬ ਕੀ ਬਣਦਾ, ਠੀਕ ਹੈ। ਜੇ ਆਪਾਂ ਕੰਮ ਕਰ ਰਹੇ, ਉਹ ਆਪ ਆਪਣੇ ਘਰ ਵਿੱਚ ਹੋਟਲ ਚਲਾ ਰਹੇ 9 ਕਮਰੇ ਦੀ ਪ੍ਰਾਪਰਟੀ, ठीक है। अच्छा, जो आपने यहाँ होटल चला रखा है, इसकी कोई फायर सेफ्टी या कुछ परमिशन वगैरह इस तरह सब की? कुछ सर, फायर सेफ्टी सिलेंडर्स वगैरह लगे हैं सर। सारी परमिशन लेके चल रहा है? हाँ जी सर, हमें ना रनिंग में होटल मिला था, चीमा साहब ने कहा ये रनिंग होटल है, आपका इतना रेंट है, वो एग्रीमेंट हुआ था, बाकी सारी फॉर्मेलिटीज़ हैं। हमारा ऑनलाइन टाइप है, ओयो वगैरह से है, MMT वगैरह से है, तो ऑनलाइन बुकिंग्स वगैरह भी आती है, ऐसा नहीं कि अनरजिस्टर्ड है, ओयो वगैरह में चल रहा है प्रॉपर। ठीक। हाँ ਸਰ ਜਿਹੜਾ ਬੋਰਡ ਲੱਗਿਆ ਇਹ ਵਾਲਾ ਵੀਕੇ ਵਿਲਾ ਦਾ ਹਾਂਜੀ ਲੱਗਿਆ, ਸਰ। ਤੁਹਾਡਾ ਐਗਰੀਮੈਂਟ ਵੀਕੇ ਵਿਲਾ ਦਾ? ਹਾਂਜੀ ਸਰ। ਬੋਰਡ ਅੰਦਰ ਰੱਖਿਆ ਗਿਆ, ਬਾਹਰ ਕਿਉਂ ਨਹੀਂ ਲਗਾਇਆ? ਸਰ ਇੱਕ ਵਾਰ ਆਪਾਂ ਬਾਹਰ ਲਾਇਆ, ਅੰਦਰ ਵੜ ਗਏ ਲੜਨ ਕਿ ਜੇ ਤੁਸੀਂ ਕੰਮ ਕਰਨਾ ਹੈ ਤਾਂ ਸਾਡੇ ਨਾਮ ਤੋਂ ਕਰਨਾ, ਚੀਮਾ ਹੌਲੀਡੇ ਹੋਮਸ। ਜਦ ਤੁਸੀਂ ਐਗਰੀਮੈਂਟ ਕਰ ਲਿਆ, ਫਿਰ ਲੜਨ ਦਾ ਕੀ ਰੋਕ? ਉਹ ਕਹ ਰਹੇ ਕਿ ਨਾਮ ਤੋਂ ਸਾਡਾ ਹੀ ਚੱਲੂਗਾ। ਆਪਾਂ ਬੋਲਿਆ ਉਹਨਾਂ ਨੂੰ ਸਾਡੇ ਨਾਮ ਤੇ ਹੈ ਐਗਰੀਮੈਂਟ, ਆਪਾਂ ਆਪਣੇ ਨਾਮ ਤੋਂ ਬਣਾਇਆ ਵੀਕੇ ਵਿਲਾ ਦੇ ਨਾਮ ਤੋਂ ਆਪਾਂ ਚਲਾਣਾ। ਕਰਨ ਜੀ ਸਾਡੇ ਨਾਮ ਤੋਂ ਚੱਲੇਗਾ। ਆਪਾਂ ਸੋਚਿਆ ਚਲੋ ਜੀ ਹੋਟਲ ਹੀ ਚਲਾਣਾ ਹੈ, ਕਿਸੇ ਵੀ ਨਾਮ ਤੋਂ ਚਲਾ ਲੂੰਗੇ, ਠੀਕ ਹੈ। ਫਿਰ ਆਪਾਂ ਇੱਕ ਦਿਨ ਬੋਰਡ ਲਾਉਣ ਲੱਗੇ, ਅੰਦਰ ਵੜ ਗਏ ਕਿ ਬੋਰਡ ਨਹੀਂ ਲਾਣਾ, ਸਾਡੀ ਪ੍ਰਾਪਰਟੀ ਹੈ, ਬਿਨਾ ਬੋਰਡ ਤੇ ਕੰਮ ਕਰਨਾ ਹੈ, ਕਿਸੇ ਨੂੰ ਪਤਾ ਨਾ ਲੱਗੇ ਹੋਟਲ ਚੱਲ ਰਿਹਾ ਹੈ, ਕਿਉਂਕਿ ਉਹਨੇ ਘਰ 'ਚ ਵੀ ਹੋਟਲ ਚਲਾਇਆ ਵਾ। उधर भी कोई बोर्ड नहीं लाया, ठीक है। एयर पैराडाइज के नाम तो रजिस्टर है, Airbnb च होटल, ठीक है। वो बोर्ड लान नहीं देंगे कि पता नहीं लगे कि इधर लगना चाहिए कि रेजिडेंशियल प्रॉपर्टी है, ठीक है। बोर्ड बाहर लगे, ਉਹਦਾ ਮੁੰਡਾ ਆਪ ਆਪਰੇਟ ਕਰਦਾ ਫੋਨ 'ਚ, ਸਾਨੂੰ ਅਸੈਸ ਹੀ ਨਹੀਂ ਦਿੱਤਾ ਇਹਦਾ। ਨਹੀਂ, ਜਦ ਤੁਹਾਡਾ ਤੁਸੀਂ ਇਸ ਚੀਜ਼ ਦੇ ਹੁਣ ਤੁਸੀਂ ਰੈਂਟ ਤੇ ਲੈ ਲਿਆ, ਹਾਂਜੀ ਸਰ। ਤੇ ਤੁਸੀਂ ਆਪ ਆਪਰੇਟ ਕਰੋਗੇ, ਉਹ ਕਿਉਂ ਕਰਦਾ? ਉਹ ਮਰਜ਼ੀ ਕਰ ਰਿਹਾ ਜੀ, ਆਹੀ ਚੱਕਰ ਹੈ ਨਾ, ਤਾਂ ਹੀ ਨਹੀਂ ਬਣ ਰਹੀ ਆਪਣੀ। ਉਹ ਖਾਲੀ ਕਰਾਉਣਾ ਚਾਹੁੰਦਾ ਸਾਡੇ ਤੋਂ ਹੋਟਲ, ਉਸ ਤੋਂ ਕੰਮ ਨਹੀਂ ਦੇਖਿਆ ਜਾ ਰਿਹਾ ਜਿਹੜਾ ਭਾਜੀ। ਓਯੋ ਵਗੈਰਾ ਤੇ ਰਜਿਸਟਰਡ ਆ, ਉਹ ਕੀ ਨਾਮ ਹੈ? ਚੀਮਾ ਹੌਲੀਡੇ ਹੋਮਸ ਹੈ, ਉਹਨਾਂ ਨੇ ਚੇਂਜ ਨਹੀਂ ਕਰਾਉਣ ਦਿੱਤਾ ਕਿ ਇਸੀ ਨਾਮ ਤੋਂ ਚੱਲਣ ਦਿਓ। ਫਿਰ ਆਪਾਂ ਸਟਾਰਟਿੰਗ ਤੋਂ ਸੋਚਿਆ ਚਲੋ ਜੀ ਚੱਲਣ ਦਿੰਦੇ, ਜਦੋਂ ਰਜਿਸਟਰਡ ਹੁੰਦਾ ਹੈ ਰਜਿਸਟਰਡ तो उन्होंने पहले तो रजिस्टर किया ना, आप चलती प्रॉपर्टी ली एग्रीमेंट वीके विला का दिखाया सी आप। हाँ हाँ जी, उन्होंने नाम तो ऑपरेट कर रहे क्योंकि उन्होंने कहा सी सानू कि साडे नाम तो ही चलेगा, नहीं तो अपन नहीं। ਜਿਹੜਾ ਇੱਕ ਪਰਚਾ ਹੋਇਆ ਹੁਣੇ ਕੀਤਾ ਤੁਸੀਂ ਹੋਟਲ ਖਿਲਾਫ, ਇਹਦੇ ਬਾਰੇ ਜਾਣਕਾਰੀ ਦਿਓ। ਇਹ ਹੋਟਲ ਦੇ ਖਿਲਾਫ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹੋਟਲ ਦੇ ਵਿੱਚ ਕੁਝ ਗਲਤ ਕੰਮ ਚੱਲ ਰਹੇ ਨੇ, ਮਤਲਬ ਕਿ ਜਿਹੜੇ ਹੋਟਲ ਵਾਲੇ ਆਪਣਾ ਰਿਕਾਰਡ ਪੂਰਾ ਨਹੀਂ ਰੱਖ ਰਹੇ ਹੈਗੇ। ਉਹਦੇ ਸੰਬੰਧੀ ਅਸੀਂ ਰੇਡ ਕੀਤੀ ਸੀ, ਤੇ ਜਦੋਂ ਰੇਡ ਕੀਤੀ ਅਸੀਂ ਉਹਦੇ ਵਿੱਚ ਚੈੱਕ ਕੀਤਾ ਕਿ ਜਿਹੜੇ ਉਸ ਟਾਈਮ ਮੌਜੂਦਾ 7 ਜੋੜੇ ਉਸ ਟਾਈਮ ਰਹਿ ਰਹੇ ਸੀ ਹੋਟਲ ਦੇ ਵਿੱਚ, ਤੇ 7 ਦੀ ਐਂਟਰੀ ਨਹੀਂ ਸੀ ਰਜਿਸਟਰ ਵਿੱਚ, ਜਿਹਦੇ ਫਿਰ ਅਸੀਂ ਆਧਾਰ 'ਤੇ ਜੋ ਮਾਣਯੋਗ DC ਸਾਹਿਬ ਦੇ ਹੁਕਮ ਨੇ ਉਹਨਾਂ ਦੇ ਅਕੋਰਡਿੰਗ ਅਸੀਂ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਹੈ। ਤੇ ਸਰ ਇਹ ਜਿਹੜਾ ਮਾਲਕ ਹੈ ਉਹਦੇ ਅਗੇਂਸਟ ਵੀ ਕੁਝ ਹੋਇਆ ਹੈ ਕਿ ਜਿਹੜਾ ਅੱਗੇ ਜਿਹਨੇ ਰੈਂਟ ਤੇ ਲਿਆ ਉਹਦੇ ਅਗੇਂਸਟ? ਜੀ ਦੋਨੋਂ ਦੇ ਖਿਲਾਫ ਹੈ, ਜਿਹਨੇ ਰੈਂਟ ਤੇ ਲਿਆ ਹੋਇਆ, ਲੀਜ਼ ਤੇ ਲਿਆ ਹੋਇਆ ਉਹ ਵੀ, ਤੇ ਜਿਹੜਾ ਮਾਲਕ ਹੈ ਉਹ ਵੀ, ਦੋਨਾਂ ਦੇ ਖਿਲਾਫ ਹੈ। ਪਹਿਲਾਂ ਵੀ ਕੋਈ ਸ਼ਿਕਾਇਤਾਂ ਨੇ ਇਹਨਾਂ ਦੇ ਖਿਲਾਫ? ਹਾਂ, ਬਾਅਦ 'ਚੋਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਚੱਲ ਰਿਹਾ, ਇਹਨਾਂ ਦਾ ਆਪਸ ਦੇ ਵਿੱਚ ਵੀ ਕੰਪਲੇਂਟਾਂ ਚੱਲ ਰਹੀਆਂ ਇਹਨਾਂ ਦੀਆਂ।
ਪਰ ਜਿਨ੍ਹਾਂ ਦੀ ਪ੍ਰਾਪਰਟੀ ਉਹ ਕਹਿ ਰਹੇ ਕਿ ਇਸ ਤੇ ਲੀਜ਼ ਦਿੱਤਾ ਹੋਇਆ ਸੀ, ਪੁਲਿਸ ਨੇ ਸਾਡੇ ਉੱਤੇ ਗਲਤ ਕਾਰਵਾਈ ਕੀਤੀ। ਨਹੀਂ, ਉਹਦੇ ਵਿੱਚ ਤਾਂ ਜੋ ਸਾਨੂੰ ਇਨਫੋਰਮੇਸ਼ਨ ਆਈ ਸੀ ਉਹ ਤਾਂ ਇਹੀ ਸੀ ਕਿ ਜਿਹਨੇ ਲੀਜ਼ ਮੈਨੇਜਰ ਤੇ ਮਾਲਕ ਲੀਜ਼ ਤੇ ਲਈ ਹੋਈ ਜਿਹੜੀ ਗੱਲ ਹੈ ਉਹ ਸਾਨੂੰ ਬਾਅਦ ਚੋਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰੀ ਹੈ ਉਹ ਬਾਅਦ ਚੋਂ ਧਿਆਨ ਚਾਹੀਏ ਸੀ, ਉਦੋਂ ਹੀ ਐਫਆਈਆਰ ਕਰਤੀ ਸੀ। ਉਹਨਾਂ ਨੇ ਇਹ ਕਿਹਾ ਸੀ ਕਿ ਪਹਿਲਾਂ ਜਿਹੜੀ ਦਿੱਤਾ ਹੋਇਆ ਸੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਤੁਹਾਡੇ ਕੋਲ ਕਿ ਇੱਥੇ ਗਲਤ ਹੋ ਰਿਹਾ ਇਸ ਹੋਟਲ ਦੇ ਵਿੱਚ, ਮਾਲਕ ਵੱਲੋਂ ਕਿਹਾ ਗਿਆ ਕਿ ਉਦੋਂ ਕਾਰਵਾਈ ਨਹੀਂ ਹੋਈ, ਕਿ ਹੁਣ ਜਾ ਕਾਰਵਾਈ? ਨਹੀਂ, ਮੈਂ ਉਹਦੇ ਬਾਰੇ ਦੇਖ ਰਿਹਾ, ਉਹ ਚੈੱਕ ਕਰਦਾ ਜੀ ਮੈਂ। ਅੱਛਾ ਸਰ, ਇੱਕ ਮਾਲਕ ਵੱਲੋਂ ਕਿਹਾ ਗਿਆ ਕਿ ਮੇਰਾ ਨਾਮ ਬਦਨਾਮ ਕੀਤਾ ਜਾ ਰਿਹਾ ਕਈ ਅਖਬਾਰਾਂ ਦੇ ਵਿੱਚ ਕਿ ਦੇਵ ਪਵਾਰ ਦਾ ਨਾਮ ਲਿਖਿਆ ਗਿਆ ਕਿ ਹੋਟਲ ਦੇ ਦੇਵ ਪਵਾਰ ਚੱਲ ਰਿਹਾ ਸੀ, ਇਹਦੇ ਬਾਰੇ ਤੁਹਾਡੇ ਕਹਿਣਾ? ਨਹੀਂ, ਸਾਡੇ ਵੱਲੋਂ ਇਹ ਜੀ ਕੋਈ ਉਹ ਨਹੀਂ ਹੈਗਾ, ਉਹ ਸਿਰਫ ਹੋਟਲ ਦੇ ਖਿਲਾਫ ਕਾਰਵਾਈ ਸੀ ਜਿਹੜਾ ਉਹਨੇ ਰਿਕਾਰਡ ਪੂਰਾ ਰੱਖਿਆ ਸੀ। ਦੇਵ ਵਪਾਰ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਸ ਤੱਕ। ਠੀਕ ਹੈ ਸਰ, ਠੀਕ ਹੈ।